ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਮਿਨਿਸਟਰ ਟੈਲੀਵਿਜ਼ਨ ਦੇਖ ਰਹੇ ਹੋ। ਦੋਸਤੋ, ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ। ਲੰਘੇ ਕੱਲ੍ਹ ਪੰਜਾਬ ਦੇ ਕਈ ਹਿੱਸਿਆਂ ਦੇ ਵੱਲ ਕਣੀਆਂ ਪਈਆਂ, ਪਰ ਪੂਰੇ ਪੰਜਾਬ ਦੇ ਵਿੱਚ ਮੀਂਹ ਨਹੀਂ ਪਿਆ। ਮੌਸਮ ਵਿਭਾਗ ਦਾ ਇਹ ਕਹਿਣਾ, ਜਿਵੇਂ ਕਿ ਹਰ ਰੋਜ਼ ਦੀ ਤਰ੍ਹਾਂ ਹੀ ਖਬਰਾਂ ਆਉਂਦੀਆਂ, ਕਿ ਆਉਂਦੇ 24 ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਲੰਘੇ ਕੱਲ੍ਹ ਆਥਣ ਦੇ ਵੇਲੇ ਜਲੰਧਰ ਖੇਤਰ ਦੇ ਵਿੱਚ, ਜਲੰਧਰ ਸ਼ਹਿਰ ਦੇ ਵਿੱਚ ਭੂਰ ਪਈ ਆ। ਕਣੀਆਂ ਬਹੁਤ ਘੱਟ ਪਈਆਂ, ਕਿਣਮਣ ਹੁੰਦੀ ਰਹੀ ਹੈ, ਪਰ ਕੁਝ ਕੁ ਮਿੰਟਾਂ ਵਾਸਤੇ ਵਰਤਾਰਾ ਸੀ। ਬਾਅਦ ਦੇ ਵਿੱਚ ਸਾਰਾ ਕੁਝ ਆਮ ਵਾਂਗੂ ਹੋ ਗਿਆ। ਪਰ ਲੰਘੇ ਕੱਲ੍ਹ ਪੰਜਾਬ ਦੇ ਵਿੱਚ ਬਦਲੀ ਆਉਂਦੀ ਸੀ ਅਤੇ ਬਦਲੀ ਜਾਂਦੀ ਸੀ, ਯਾਨੀ ਕਿ ਤਪਸ਼ ਘਟੀ ਰਹੀ ਹੈ। ਅਤੇ ਮੌਸਮ ਵਿਭਾਗ ਦਾ ਜੋ ਕਹਿਣਾ ਵੀ ਮੀਂਹ ਆਉਂਦੇ ਦਿਨਾਂ ਦੇ ਵਿੱਚ ਕਾਫੀ ਪੈਣਾ, ਇਹ ਕਿੰਨਾ ਕੁ ਸਹੀ ਸਾਬਤ ਹੁੰਦਾ, ਅੰਦਾਜ਼ਾ ਕਿੰਨਾ ਕੁ ਨਹੀਂ, ਇਹ ਵਕਤ ਦੱਸੂਗਾ। ਹੁਣ ਜਿਹੜੀ ਪਹਿਲੀ ਵੱਡੀ ਖਬਰ ਹੈ, ਉਹਦੇ ਬਾਰੇ ਜਾਣ ਤੋਂ ਪਹਿਲਾਂ ਦੱਸਣਾ ਬਣਦਾ ਜੀ ਕਿ ਸਾਡੇ ਦੇਸ਼ ਦੇ ਵਿੱਚ ਹਸਪਤਾਲਾਂ ਦਾ ਹਾਲ ਕਿਹੋ ਜਿਹਾ, ਕਿਉਂਕਿ ਛੱਤੀਸਗੜ੍ਹ ਤੋਂ ਖਬਰ ਆਈ ਹੈ। ਛੱਤੀਸਗੜ੍ਹ ਦੇ ਵਿੱਚ ਬਸਤਰ ਖੇਤਰ ਦੇ ਵਿੱਚ 700 ਕਰੋੜ ਰੁਪਏ ਦੀ ਲਾਗਤ ਦੇ ਨਾਲ ਇੱਕ ਮੈਡੀਕਲ ਕਾਲਜ ਬਹੁਤ ਵੱਡਾ ਅਤੇ ਵਧੀਆ ਬਣਾਇਆ ਗਿਆ। ਪਰ ਵੱਡਾ ਅਤੇ ਵਧੀਆ ਵੀ ਕੀ ਕਰੂਗਾ ਜੇਕਰ ਉੱਥੇ ਪ੍ਰਬੰਧ ਨਾਂ ਦੀ ਚੀਜ਼ ਕੋਈ ਨਾ ਹੋਊਗੀ। ਉੱਥੇ ਮਰੀਜ਼ ਘੱਟ ਆਉਂਦੇ ਅਤੇ ਉੱਥੇ ਚੂਹੇ ਵੱਧ ਫਿਰਦੇ ਆ। ਮਰੀਜ਼ ਇਸ ਕਰਕੇ ਵੀ ਘੱਟ ਆਉਂਦੇ ਵੀ ਉੱਥੇ ਚੂਹੇ ਵੱਧ ਫਿਰਦੇ ਆ। ਉੱਥੇ ਕਮਾਲ ਦੀ ਗੱਲ ਦੇਖੋ ਜੀ, ਪਿਛਲੇ ਦਿਨੀ CT ਸਕੈਨ ਦੀਆਂ ਤਾਰਾਂ ਕੱਟ ਗਏ ਚੂਹੇ, ਅਤੇ ਫਿਰ ਕਈ ਦਿਨ ਉੱਥੇ CT ਸਕੈਨ ਦਾ ਕੰਮ ਬੰਦ ਪਿਆ ਰਿਹਾ। ਉੱਥੇ ਮਰੀਜ਼ ਪਰੇਸ਼ਾਨ ਹੁੰਦੇ ਰਹੇ ਆ। ਹੁਣ ਉੱਥੇ ਪਤਾ ਲੱਗਾ ਜੀ ਕਿ ਜਿਹੜਾ ਮਰੀਜ਼ਾਂ ਨੂੰ ਚੜ੍ਹਾਇਆ ਜਾਣ ਵਾਲਾ ਗਲੂਕੋਜ਼ ਆ, ਇਹ ਚੂਹੇ ਸਾਰਾ ਹੀ ਪੀ ਗਏ ਆ। ਹੁਣ ਉੱਥੋਂ ਦਾ ਹਸਪਤਾਲ ਪ੍ਰਬੰਧਨ ਕਮੇਟੀ ਹੈ ਜਿਹੜੀ, ਜੋ ਉੱਥੋਂ ਦੀ ਮੈਨੇਜਮੈਂਟ ਹੈ, ਉਹ ਚੂਹਿਆਂ ਤੋਂ ਇੰਨੀ ਕੁ ਸਤ ਗਈ ਹੈ, ਚੂਹਿਆਂ ਤੋਂ ਇੰਨੀ ਕੁ ਪਰੇਸ਼ਾਨ ਹੋ ਗਈ ਹੈ ਵੀ ਉਹਨਾਂ ਨੇ ਰਾਏਪੁਰ ਦੀ ਇੱਕ ਕੰਪਨੀ ਦੇ ਨਾਲ ਠੇਕਾ ਕੀਤਾ 12 ਲੱਖ ਰੁਪਏ ਦੇ ਵਿੱਚ। ਉਹ ਇਸ ਕਰਕੇ ਕੀਤਾ ਵੀ ਆਪਾਂ ਚੂਹੇ ਮਾਰਨੇ ਆ। ਇਸ ਕੰਪਨੀ ਦੇ ਮੁਲਾਜ਼ਮ ਜਿਹੜੇ ਉਹ ਇੱਥੇ ਪਹੁੰਚ ਚੁੱਕੇ ਆ। ਉਹਨਾਂ ਦੇ ਕੋਲ ਆਪਦਾ ਸਾਜ਼ੋ ਸਮਾਨ ਹੈਗਾ। ਉਹ ਉੱਥੇ ਕੁੜਕੀਆਂ ਲੈ ਕੇ ਵੀ ਪਹੁੰਚੇ ਆ। ਉਹ ਉਹਨਾਂ ਦੇ ਕੋਲ ਹੋਰ ਵੀ ਸਾਜ਼ੋ ਸਮਾਨ ਹੈਗਾ। 1500 ਚੂਹਾ ਹੁਣ ਤੱਕ ਉਹਨਾਂ ਨੇ ਮਾਰਤਾ, ਅਤੇ ਕਹਿੰਦੇ ਆ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਚੂਹਾ ਇੱਥੇ ਹੋਰ ਹੈਗਾ, ਜਿਹਨੂੰ ਕਿ ਫੜਨ ਦੀ ਜ਼ਿੰਮੇਵਾਰੀ ਲਾਈ ਗਈ ਹੈ। ਇਹ ਗੱਲ ਕਹੀ ਗਈ ਆ ਵੀ ਅਸੀਂ ਤੁਹਾਡਾ ਇੱਕ ਪੈਸਾ ਨਹੀਂ ਰੱਖਦੇ ਅਤੇ ਤੁਸੀਂ ਇੱਥੇ ਇੱਕ ਚੂਹਾ ਨਾ ਬਾਕੀ ਛੱਡਿਓ। ਮਤਲਬ ਕਹਿਣ ਦਾ ਇਹ ਜੀ ਕਿ ਸਾਡੇ ਦੇਸ਼ ਦੇ ਹਸਪਤਾਲਾਂ ਦੇ ਵਿੱਚ ਆਹ ਹਾਲਾਤ ਆ। ਮੈਨੂੰ ਚੰਗੀ ਤਰ੍ਹਾਂ ਚੇਤੇ ਆ, ਅੰਮ੍ਰਿਤਸਰ ਸ਼ਹਿਰ ਦੇ ਇੱਕ ਹਸਪਤਾਲ ਦੇ ਵਿੱਚ ਮੋਰਚਰੀ ਦੇ ਵਿੱਚ ਚੂਹੇ ਇੱਕ ਲਾਸ਼ ਨੂੰ ਕੁਤਰ ਗਏ ਸੀ। ਉਹਦੀਆਂ ਅੱਖਾਂ ਖਾ ਗਏ ਸੀ, ਉਹਦੇ ਪੈਰ ਖਾ ਗਏ ਸੀ, ਉਹਦੇ ਹੱਥਾਂ ਦੇ ਉੱਤੇ ਦੰਦੀਆਂ ਵੱਢ ਗਏ ਸੀ। ਅਤੇ ਜਦੋਂ ਟੱਬਰ ਦੇ ਜੀ ਉਸ ਲਾਸ਼ ਨੂੰ ਆਪਦੇ ਪਰਿਵਾਰ ਦੀ ਮ੍ਰਿਤਕ ਦੇਹ ਨੂੰ ਲੈਣ ਗਏ ਸੀਗੇ, ਉਸ ਤੋਂ ਬਾਅਦ ਪਤਾ ਲੱਗਾ ਜੀ ਇੱਥੇ ਚੂਹਿਆਂ ਦਾ ਕਤਲੇਆਮ ਕਿਵੇਂ ਆ, ਇੱਥੇ ਚੂਹੇ ਕਿਵੇਂ ਲਾਸ਼ਾਂ ਨੂੰ ਵੀ ਕੁਤਰ ਜਾਂਦੇ ਆ। ਇਹ ਸਾਡੇ ਦੇਸ਼ ਦੇ ਵਿੱਚ ਹਾਲ ਆ ਵੀ ਹਸਪਤਾਲਾਂ ਵਿੱਚ ਚੂਹੇ ਨੱਚ ਰਹੇ ਆ। ਦੁੱਖ ਦੀ ਗੱਲ ਇਹ ਆ ਵੀ ਇਹਨਾਂ ਖਬਰਾਂ ਦੇ ਬਾਹਰ ਆਉਣ ਤੋਂ ਬਾਅਦ ਇੱਕਦਮ ਸਰਕਾਰ ਅਤੇ ਪ੍ਰਸ਼ਾਸਨ ਅਤੇ ਸਿਹਤ ਅਮਲਾ ਫੈਲਾ ਜਾਗਦਾ, ਪਰ ਬਾਅਦ ਦੇ ਵਿੱਚ ਗੱਲ ਫਿਰ ਆਈ ਗਈ ਹੋ ਜਾਂਦੀ ਹੈ। ਫਿਰ ਕਈ ਮਹੀਨਿਆਂ ਬਾਅਦ ਇਹੋ ਜਿਹੀ ਇੱਕ ਅੱਧੀ ਫਿਰ ਖਬਰ ਆ ਜਾਂਦੀ ਹੈ। ਫਿਰ ਹਿਲਜੁਲ ਜੀ ਹੁੰਦੀ 2-4 ਦਿਨਾਂ ਵਾਸਤੇ, ਫਿਰ ਗੱਲ ਆਈ ਗਈ ਹੋ ਜਾਂਦੀ ਹੈ। ਸੋ ਇਹਨਾਂ ਗੱਲਾਂ ਤੋਂ ਗੁਰੇਜ਼ ਕਰਨ ਦੀ ਲੋੜ ਹੈ। ਇਹਨਾਂ ਗੱਲਾਂ ਨੂੰ ਸਮਝਣ ਦੀ ਲੋੜ ਹੈ ਵੀ ਭਾਈ ਅਸੀਂ ਇਵੇਂ ਸਿਹਤ ਸਹੂਲਤਾਂ ਨੂੰ ਕਿਵੇਂ ਅੱਗੇ ਵਧਾਵਾਂਗੇ। ਤੁਹਾਨੂੰ ਇਹ ਵੀ ਚੇਤੇ ਹੋਣਾ ਵੀ ਭਾਰਤ ਦੇ ਵਿੱਚ ਤਾਂ ਚੂਹੇ ਪੁਲ ਕੁਤਰ ਗਏ, ਕਿਉਂਕਿ ਪਿੱਛੇ ਜੇ ਕੁਝ ਕੁ ਸਮਾਂ ਪਹਿਲਾਂ ਦੀ ਗੱਲ ਆ, ਬਿਹਾਰ ਦੇ ਵੱਲ ਇੱਕ ਪੁਲ ਆ ਜਿਹੜਾ ਕਹਿੰਦੇ ਵੀ ਇਹ ਡਿੱਗ ਕਾਹਤੋਂ ਗਿਆ। ਵੈਸੇ ਉਹਦੇ ਵਿੱਚ ਕੋਈ ਸਾਜ਼ੋ ਸਮਾਨ, ਉਹਦੇ 'ਚ ਜਿਹੜੀਆਂ ਚੀਜ਼ਾਂ ਘੱਟ ਲਾਈਆਂ ਹੋਣੀਆਂ, ਉਹਦੇ ਵਿੱਚ ਹੋ ਸਕਦਾ ਵੀ ਭਾਈ ਉੱਥੇ ਮਟੀਰੀਅਲ ਮਾੜਾ ਪਾਇਆ ਹੋਵੇ, ਵਿੱਚ ਕੁੰਡੀ ਲੱਗੀ ਹੋਵੇ, ਕਈ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ। ਪਰ ਕਹਿੰਦੇ ਜੀ ਇਸ ਪੁਲ ਨੂੰ ਚੂਹੇ ਕੁਤਰ ਗਏ ਆ। ਉਹ ਥੱਲਿਓਂ ਕਹਿੰਦੇ ਜੀ ਚੂਹੇ ਜਿਹੜੇ ਕੁਤਰਦੇ ਅਤੇ ਨੀਆਂ ਉਹਦੀਆਂ ਕੱਢ ਗਏ, ਅਤੇ ਇਸ ਕਰਕੇ ਪੁਲ ਧੜਾਮ ਕਰਕੇ ਡਿੱਗ ਪਿਆ। ਆਹ ਕੁਝ ਸਾਡੇ ਦੇਸ਼ ਦੇ ਵਿੱਚ ਚੱਲ ਰਿਹਾ। ਕਾਸ਼ ਇੱਦਾਂ ਦਾ ਨਾ ਹੋਵੇ ਅਤੇ ਸਾਡੇ ਦੇਸ਼ ਦੀ ਬੇਇੱਜ਼ਤੀ ਵੀ ਨਾ ਹੋਵੇ, ਅਤੇ ਜਿਹੜੇ ਲੋਕ ਇਹ ਕੁਝ ਕਰਦੇ ਆ ਅਤੇ ਉਹ ਭਾਈ ਪੁੱਠੇ ਟੰਗਣੇ ਚਾਹੀਦੇ ਆ। ਉਹਨਾਂ ਲੋਕਾਂ ਨੂੰ ਕਿਸੇ ਵੀ ਕੀਮਤ ਦੇ ਉੱਤੇ ਬਖਸ਼ਣਾ ਚਾਹੀਦਾ ਨਹੀਂ। ਹੁਣ ਜਿਹੜੀ ਪਹਿਲੀ ਵੱਡੀ ਖਬਰ ਆ ਉਹ ਹੈਗੀ ਹੈ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਸੰਬੰਧਿਤ। ਲੰਘੇ ਕੱਲ੍ਹ ਉਹਨਾਂ ਦੇ ਵੱਲੋਂ ਰੇਡ ਕੀਤੀ ਗਈ ਆ, ਨਾਲ ਕੁਲਦੀਪ ਸਿੰਘ ਧਾਲੀਵਾਲ ਪੰਜਾਬ ਦੇ ਪੰਚਾਇਤ ਵਿਭਾਗ ਦੇ ਮੰਤਰੀ, ਨਾਲ ਬਾਕੀ ਹੋਰ ਅਧਿਕਾਰੀ। ਉਹਨਾਂ ਦੇ ਵੱਲੋਂ ਰੇਡ ਕਰਕੇ ਅਤੇ ਸੈਂਕੜੇ ਏਕੜ ਜ਼ਮੀਨ ਜਿਨ੍ਹਾਂ ਦੇ ਉੱਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀ, ਜਿਹਦੇ ਉੱਤੇ ਉਹ ਛੁਡਵਾਈ ਗਈ ਆ। ਉਹਦੇ ਵਿੱਚ ਕਮਾਲ ਦੀ ਗੱਲ ਇਹ ਆ, 1100 ਏਕੜ ਦੇ ਉੱਤੇ ਕਬਜ਼ਾ ਕਰਨ ਵਾਲਾ ਬੰਦਾ ਵੀ ਆ, 125 ਏਕੜ ਦੇ ਉੱਤੇ ਕਬਜ਼ੇ ਵਾਲੇ ਵੀ ਆ, ਕੋਈ 5 ਏਕੜ 'ਤੇ ਕਬਜ਼ਾ ਕਰੀ ਬੈਠਾ, ਕੋਈ 8 ਏਕੜ 'ਤੇ, ਕੋਈ 25 'ਤੇ, ਕੋਈ 10 'ਤੇ, ਕੋਈ 15 'ਤੇ, ਕੋਈ 55 'ਤੇ। ਜਿਹਦਾ ਜਿੱਥੇ ਸੂਤ ਲੱਗਦਾ ਉਹਨੇ ਲਾ ਲਿਆ, ਅਤੇ ਹੁਣ ਇਸ ਜ਼ਮੀਨ ਨੂੰ ਛੁਡਵਾਇਆ ਗਿਆ। ਕਈ ਤਾਂ ਇਹ ਗੱਲ ਗਈ ਆ ਵੀ 300-350 ਕਰੋੜ ਰੁਪਏ ਦੀ ਇਹ ਜਾਇਦਾਦ ਆ ਜਿਹੜੀ ਕਿ ਛੁਡਵਾਈ ਗਈ ਹੈ। ਭਾਵੇਂ 300 ਕਰੋੜ ਦੀ ਹੋਵੇ, ਭਾਵੇਂ 350 ਕਰੋੜ ਦੀ, ਅਤੇ ਭਾਵੇਂ ਹੋਵੇ 50 ਕਰੋੜ ਦੀ। ਗੱਲ ਇਹ ਹੈ ਵੀ ਜੇਕਰ ਤੁਹਾਡੇ ਕੋਲ ਅਧਿਕਾਰ ਨਹੀਂ ਤਾਂ ਫਿਰ ਤੁਸੀਂ ਉਸ ਜ਼ਮੀਨ ਦੇ ਉੱਤੇ ਕਬਜ਼ਾ ਕਿਉਂ ਕਰੀ ਬੈਠੇ ਆ। ਅਤੇ ਜੇਕਰ ਤੁਹਾਡੇ ਕੋਲ ਅਧਿਕਾਰ ਹੈ ਵੀ ਭਾਈ ਤੁਸੀਂ ਨਜਾਇਜ਼ ਨਹੀਂ ਕੀਤਾ, ਤਾਂ ਫਿਰ ਤੁਹਾਨੂੰ ਅਦਾਲਤ ਦਾ ਦਰਵਾਜ਼ਾ ਖੜਕਾ ਲੈਣਾ ਚਾਹੀਦਾ। ਸੋ ਜਿਸ ਤਰੀਕੇ ਦੇ ਨਾਲ ਇਹ ਸਾਰੀ ਜਾਣਕਾਰੀ ਨਸ਼ਰ ਕੀਤੀ ਗਈ ਹੈ,
ਉਹਦੇ ਵਿੱਚ ਇਹ ਵੀ ਗੱਲ ਦੱਸੀ ਗਈ ਹੈ ਕਿ ਸਿਮਰਨਜੀਤ ਸਿੰਘ ਮਾਨ ਦਾ ਸੁਪੁੱਤਰ ਈਮਾਨ ਸਿੰਘ ਮਾਨ 125 ਏਕੜ ਜ਼ਮੀਨ ਉਹਦੇ ਕੋਲੋਂ ਵੀ ਛੁਡਵਾਈ ਗਈ ਹੈ। ਇਸ ਤੋਂ ਇਲਾਵਾ ਗੁਰਪ੍ਰੀਤ ਸਿੰਘ ਕਾਂਗੜ ਦੇ ਸੁਪੁੱਤਰ ਦੇ ਕੋਲੋਂ ਵੀ ਜ਼ਮੀਨ ਛੁਡਵਾਈ ਗਈ ਹੈ। ਇਸ ਤਰੀਕੇ ਦੇ ਨਾਲ ਵੇਰਵੇ ਨਸ਼ਰ ਕੀਤੇ ਗਏ ਵੀ ਕਿਹਦੇ ਕੋਲੇ ਕਿੰਨੀ ਜ਼ਮੀਨ ਕਬਜ਼ੇ ਦੇ ਅਧੀਨ ਸੀ ਤੇ 15 ਲੋਕਾਂ ਦੇ ਵੱਲੋਂ ਜ਼ਮੀਨ ਤੇ ਕਬਜ਼ਾ ਕੀਤਾ ਹੋਇਆ ਸੀ। ਨਾਲੇ ਉਹ ਕੇਸ ਹਾਰ ਚੁੱਕੇ ਆ, ਫਿਰ ਵੀ ਜ਼ਮੀਨ ਦੇ ਉੱਤੇ ਕਬਜ਼ਾ ਕੀਤਾ ਹੋਇਆ ਸੀ। ਇਹ ਪੰਚਾਇਤੀ ਜ਼ਮੀਨ ਆ। ਇਹਦੇ ਬਾਰੇ ਪਹਿਲਾਂ ਅਸੀਂ ਵੇਰਵਾ ਸਾਂਝਾ ਕਰਦੇ ਹਾਂ ਤੇ ਫਿਰ ਕਰਾਂਗੇ ਟਿੱਪਣੀ। ਪੰਜਾਬ ਦੀ ਸਰਕਾਰ ਨੇ ਲੰਘੇ ਕੱਲ੍ਹ ਵੱਡੀ ਕਾਰਵਾਈ ਕਰਦੇ ਹੋਏ 2828 ਏਕੜ ਪੰਚਾਇਤੀ ਜ਼ਮੀਨ ਤੋਂ ਨਜਾਇਜ਼ ਕਬਜ਼ਾ ਛੁਡਵਾਇਆ। ਇਹਦੀ ਕੁੱਲ ਕੀਮਤ 300 ਕਰੋੜ ਰੁਪਏ ਦੇ ਕਰੀਬ ਬਣਦੀ ਹੈ। ਇਸ ਜ਼ਮੀਨ ਦੇ ਵਿੱਚ 50 ਕਰੋੜ ਦੇ ਖੈਰ ਦੇ ਦਰਖਤ ਵੀ ਲੱਗੇ ਹੋਏ ਨੇ। ਇਸ ਰੇਡ ਦੀ ਅਗਵਾਈ ਭਗਵੰਤ ਮਾਨ ਨੇ ਕੀਤੀ ਹੈ ਤੇ ਨਾਲ ਉਹਨਾਂ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੀ ਸਨ। ਕਬਜ਼ਾ ਛੁਡਵਾਉਣ ਤੋਂ ਬਾਅਦ ਭਗਵੰਤ ਮਾਨ ਨੇ ਕਿਹਾ ਕਿ ਇਸ ਜ਼ਮੀਨ ਦੇ ਉੱਤੇ 15 ਲੋਕਾਂ ਦਾ ਨਜਾਇਜ਼ ਕਬਜ਼ਾ ਸੀ, ਜਿਹੜੇ ਕਿ ਕੋਰਟ ਦੇ ਵਿੱਚ ਕੇਸ ਹਾਰ ਚੁੱਕੇ ਨੇ। ਇਹਦੇ ਵਿੱਚ ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਦਾ ਸੁਪੁੱਤਰ ਈਮਾਨ ਸਿੰਘ ਮਾਨ ਨੇ 125 ਏਕੜ ਦੇ ਉੱਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀ। ਇਸ ਤੋਂ ਇਲਾਵਾ ਮਾਨ ਦੀ ਧੀ ਤੇ ਜਵਾਈ ਤੇ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਦੇ ਵਿੱਚ ਸਾਬਕਾ ਮੰਤਰੀ ਗੁਰਪ੍ਰੀਤ ਕਾਂਗੜ ਦੇ ਪੁੱਤ ਦਾ ਵੀ ਨਜਾਇਜ਼ ਕਬਜ਼ਾ ਸੀ। ਇਸ ਤੋਂ ਇਲਾਵਾ ਕਿਹਦੇ ਕੋਲੇ ਕਿੰਨੀ ਜ਼ਮੀਨ ਦੇ ਉੱਤੇ ਕਬਜ਼ਾ ਸੀ ਇਹਦਾ ਵੇਰਵਾ ਵੀ ਹੈ। ਫੌਜਾ ਸਿੰਘ ਇਨਫਰਾਸਟਰਕਚਰ ਪ੍ਰਾਈਵੇਟ ਲਿਮਟਿਡ ਦਾ 1100 ਏਕੜ ਦੇ ਉੱਤੇ ਕਬਜ਼ਾ ਸੀ। ਈਮਾਨ ਸਿੰਘ ਮਾਨ ਦਾ 125 ਏਕੜ ਦੇ ਉੱਤੇ ਕਬਜ਼ਾ ਸੀ। ਅੰਕੁਰ ਧਵਨ ਗੁਰੂ ਨਾਨਕ ਦੇਵ ਐਜੂਕੇਸ਼ਨਲ ਐਂਡ ਚੈਰੀਟੇਬਲ ਸੁਸਾਇਟੀ ਡੇਰਾ ਬੱਸੀ ਸੁਖਮਣੀ ਕਾਲਜ ਵਾਲੇ 103 ਏਕੜ ਦੇ ਉੱਤੇ ਕਬਜ਼ਾ ਸੀ। ਜਤਿੰਦਰ ਸਿੰਘ ਦੂਆ 40 ਏਕੜ ਦੇ ਉੱਤੇ ਕਬਜ਼ਾ ਸੀ। ਰਿਪੂ ਦਮਨ ਪੁੱਤਰ ਭੁਪਿੰਦਰ ਗਾਬਾ ਯਮਨਾ ਨਗਰ ਵਾਲੇ 25 ਏਕੜ ਦੇ ਉੱਤੇ ਕਬਜ਼ਾ ਸੀ। ਨਵਦੀਪ ਕੌਰ ਦਾ 15 ਏਕੜ ਦੇ ਉੱਤੇ ਕਬਜ਼ਾ ਸੀ। ਦੀਪਕ ਬਾਂਸਲ ਦਾ 12 ਏਕੜ ਦੇ ਉੱਤੇ ਕਬਜ਼ਾ ਸੀ। ਤੇਜਵੀਰ ਸਿੰਘ ਢਿੱਲੋਂ ਦਾ 10 ਏਕੜ ਦੇ ਉੱਤੇ ਸੀ। ਇੰਦਰਜੀਤ ਸਿੰਘ ਢਿੱਲੋਂ ਪੁੱਤਰ ਬਲਦੇਵ ਸਿੰਘ ਦਾ 8 ਏਕੜ ਤੇ ਕਬਜ਼ਾ ਸੀ। ਸੰਦੀਪ ਬਾਂਸਲ ਪੁੱਤਰ ਰੂਪਚੰਦ 6 ਏਕੜ ਦੇ ਉੱਤੇ ਕਬਜ਼ਾ ਸੀ। ਮਨਜੀਤ ਸਿੰਘ ਦਾ 5 ਏਕੜ ਦੇ ਉੱਤੇ ਤੇ ਹਰਮਨਦੀਪ ਸਿੰਘ ਧਾਲੀਵਾਲ ਦਾ 5 ਏਕੜ ਜ਼ਮੀਨ ਦੇ ਉੱਤੇ ਕਬਜ਼ਾ ਸੀ। ਭਗਵੰਤ ਮਾਨ ਨੇ ਕਿਹਾ ਕਿ ਅੱਜ ਛੁਡਾਈ ਗਈ ਜ਼ਮੀਨ ਦੇ ਵਿੱਚੋਂ 250 ਏਕੜ ਮੈਦਾਨੀ ਇਲਾਕਾ, 2500 ਏਕੜ ਪਹਾੜੀ ਇਲਾਕਾ, ਇਹਦੇ ਵਿੱਚ ਇੱਕ ਆਦਮੀ ਦੀ 1100 ਏਕੜ ਜ਼ਮੀਨ ਹੈ। ਕੋਰਟ ਨੇ ਇਸ ਦਾ ਫੈਸਲਾ ਸਰਕਾਰ ਦੇ ਹੱਕ ਦੇ ਵਿੱਚ ਕਰ ਦਿੱਤਾ ਸੀ। ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਹਾਲੇ ਤੱਕ 9053 ਏਕੜ ਜ਼ਮੀਨ ਤੋਂ ਨਜਾਇਜ਼ ਕਬਜ਼ੇ ਛੁਡਵਾਏ ਜਾ ਚੁੱਕੇ ਨੇ। ਭਗਵੰਤ ਮਾਨ ਦੀ ਰੇਡ ਤੋਂ ਬਾਅਦ ਇੱਥੇ ਨਜਾਇਜ਼ ਕਬਜ਼ੇ ਤੋਂ ਬਾਅਦ ਲੱਗੇ ਹੋਏ ਪ੍ਰਾਈਵੇਟ ਗੇਟ ਤੋੜ ਦਿੱਤੇ ਗਏ ਨੇ। ਜ਼ਮੀਨ ਦੇ ਉੱਤੇ ਹੁਣ ਸਰਕਾਰੀ ਪ੍ਰਾਪਰਟੀ ਦਾ ਬੋਰਡ ਲਾ ਦਿੱਤਾ ਗਿਆ, ਜਿਹਦੇ ਵਿੱਚ ਚੇਤਾਵਨੀ ਦਿੱਤੀ ਗਈ ਹੈ ਕਿ ਇਹ ਪੰਚਾਇਤੀ ਜ਼ਮੀਨ ਹੈ। ਜੋ ਵੀ ਇਹਦੇ ਉੱਤੇ ਨਜਾਇਜ਼ ਕਬਜ਼ਾ ਕਰੇਗਾ ਉਸ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਹੋਵੇਗੀ। ਮਾਨ ਨੇ ਕਿਹਾ ਕਿ ਇਹ ਜ਼ਮੀਨ ਪੰਚਾਇਤ ਨੂੰ ਦਿੱਤੀ ਜਾਵੇਗੀ, ਉਹ ਇਸ 'ਤੇ ਜੋ ਚਾਹੇ ਕੰਮ ਕਰ ਸਕਦੀ ਹੈ ਜਿਸ ਦਾ ਪੰਚਾਇਤ ਨੂੰ ਫਾਇਦਾ ਹੋਵੇ। ਇਸ ਖਬਰ ਦੇ ਉੱਤੇ ਟਿੱਪਣੀ ਕਰਨਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਜਿਨ੍ਹਾਂ ਦੇ ਕੋਲੋਂ ਵੀ ਇਹ ਜ਼ਮੀਨ ਛੁਡਵਾਈ ਗਈ ਹੈ ਜਾਂ ਜਿਨ੍ਹਾਂ ਦੇ ਨਾਂ ਵੀ ਇਸ ਸੂਚੀ ਦੇ ਵਿੱਚ ਸਾਹਮਣੇ ਆਏ ਆ, ਉਹਨਾਂ ਦੇ ਵਿੱਚੋਂ ਹਾਲੇ ਤੱਕ ਤਾਂ ਕਿਸੇ ਵੀ ਸ਼ਖਸੀਅਤ ਦੇ ਵੱਲੋਂ, ਕਿਸੇ ਵੀ ਵਿਅਕਤੀ ਦੇ ਵੱਲੋਂ ਇਹ ਗੱਲ ਨਹੀਂ ਕਹੀ ਗਈ ਕਿ ਭਾਈ ਇਹ ਜ਼ਮੀਨ ਸਾਡੀ ਹੀ ਹੈ, ਇਸ ਜ਼ਮੀਨ ਦੇ ਉੱਤੇ ਕਬਜ਼ਾ ਸਾਡਾ ਠੀਕ ਸੀਗਾ, ਇਹ ਸਾਡੀ ਅਧਿਕਾਰ ਖੇਤਰ ਦੀ ਜ਼ਮੀਨ ਹੈ ਤੇ ਸਰਕਾਰ ਨੇ ਧੱਕਾ ਕੀਤਾ। ਹਾਲੇ ਤੱਕ ਇਹੋ ਜਿਹਾ ਵੇਰਵਾ ਸਾਡੇ ਤੱਕ ਪਹੁੰਚਿਆ ਨਹੀਂਗਾ। ਜੇਕਰ ਆਉਂਦੇ ਦਿਨਾਂ ਦੇ ਵਿੱਚ ਜਾਂ ਆਉਂਦੇ ਕੁਝ ਘੰਟਿਆਂ ਦੇ ਵਿੱਚ ਇਹੋ ਜਿਹਾ ਵੇਰਵਾ ਸਾਹਮਣੇ ਆ ਗਿਆ, ਅਸੀਂ ਉਸ ਪੱਖ ਨੂੰ ਵੀ ਰੱਖਾਂਗੇ ਜੀ ਕਿ ਫਲਾਣੀ ਧਿਰ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਇਹ ਜ਼ਮੀਨ ਮੇਰੀ ਹੀ ਹੈ, ਮੈਂ ਕੇਸ ਜਿੱਤਿਆ ਹੋਇਆ, ਜਾਂ ਮੈਂ ਇਹਦੇ ਬਾਬਤ ਸੁਪਰੀਮ ਕੋਰਟ ਜਾਣਾ ਜਾਂ ਕਿਤੇ ਹੋਰ ਜਾਣਾ ਜਾਂ ਕੁਝ ਵੀ ਹੋਰ ਚਾਰਾਜੋਈ ਕਰਨੀ ਹੈ। ਜੋ ਵੇਰਵਾ ਆਊਗਾ ਉਹ ਵੀ ਸਾਂਝਾ ਕਰਾਂਗੇ। ਪਰ ਪਹਿਲੇ ਪ੍ਰਭਾਵ ਦੇ ਤਹਿਤ ਜਿਹੜੀ ਜਾਣਕਾਰੀ ਮਿਲੀ ਹੈ ਉਹਦੇ ਰਾਹੀਂ ਇਹ ਪਤਾ ਜ਼ਰੂਰ ਲੱਗਦਾ ਕਿ ਪੰਚਾਇਤੀ ਜ਼ਮੀਨਾਂ ਦੇ ਉੱਤੇ ਬਹੁਤ ਵੱਡੇ ਪੱਧਰ 'ਤੇ ਲੋਕਾਂ ਨੇ ਕਬਜ਼ੇ ਕੀਤੇ ਆ। ਪੰਚਾਇਤੀ ਜ਼ਮੀਨਾਂ ਦੀ ਬਹੁਤ ਸਾਰੇ ਲੋਕਾਂ ਨੇ ਅੱਜ ਤੱਕ ਦੁਰਵਰਤੋਂ ਕੀਤੀ ਹੈ। ਕੁਲਦੀਪ ਸਿੰਘ ਧਾਲੀਵਾਲ ਹੋਰਾਂ ਦੇ ਵੱਲੋਂ ਪਹਿਲਾਂ ਵੀ ਬਹੁਤ ਸਾਰੀਆਂ ਜ਼ਮੀਨਾਂ ਤੋਂ ਨਜਾਇਜ਼ ਕਬਜ਼ੇ ਹਟਵਾਏ ਗਏ ਆ, ਪਰ ਇਹ ਇੱਕ ਬਹੁਤ ਵੱਡੀ ਕਾਰਵਾਈ ਹੈ ਜਿਹੜੀ ਕਿ ਲੰਘੇ ਕੱਲ੍ਹ ਭਗਵੰਤ ਮਾਨ ਤੇ ਕੁਲਦੀਪ ਸਿੰਘ ਧਾਲੀਵਾਲ ਦੇ ਵੱਲੋਂ ਸਾਂਝੇ ਤੌਰ ਦੇ ਉੱਤੇ ਕੀਤੀ ਗਈ ਹੈ। ਬੇਨਤੀ ਹੱਥ ਜੋੜ ਕੇ ਇਹ ਹੈ ਵੀ ਪੰਚਾਇਤਾਂ ਦੇ ਕੋਲੇ ਆਮਦਨ ਦੇ ਸਾਧਨ ਕਿੰਨੇ ਕੁ ਹੁੰਦੇ, ਜ਼ਰਾ ਸੋਚ ਕੇ ਦੇਖੋ। ਪਿੰਡ ਦੇ ਕੰਮ ਵੀ ਕਰਨੇ ਹੁੰਦੇ ਆ, ਹੋਰ ਵੀ ਬਹੁਤ ਸਾਰੇ ਫੁਟਕਲ ਖਰਚੇ ਹੁੰਦੇ ਆ, ਤੇ ਪੰਚਾਇਤੀ ਜ਼ਮੀਨਾਂ ਠੇਕੇ ਦੇ ਉੱਤੇ ਦੇ ਕੇ ਜਾਂ ਹੋਰ ਕੰਮਾਂ ਕਾਜਾਂ ਦੇ ਤਰੀਕੇ ਦੇ ਨਾਲ ਤਾਂ ਪੰਚਾਇਤਾਂ ਨੇ ਆਪਦਾ ਕੰਮਕਾਜ ਚਲਾਉਣਾ, ਉਹਨਾਂ ਜ਼ਮੀਨਾਂ ਦੇ ਉੱਤੇ ਹੀ ਆਮ ਲੋਕ ਕਬਜ਼ਾ ਕਰੀ ਬੈਠੇ ਆ। ਸੋ ਇਸ ਕਰਕੇ ਭਾਈ ਇੱਦਾਂ ਲਾਲਚ ਤਿਆਗੋ। ਮੈਂ ਹੈਰਾਨ ਹੁੰਦਾ ਕਈ ਵਾਰ ਬੰਦੇ ਕੋਲੇ 20-20, 25-25, 30-30 ਏਕੜ ਜ਼ਮੀਨ ਹੁੰਦੀ ਆ, ਪਰ ਫਿਰ ਵੀ ਉਹ ਪੰਚਾਇਤ ਦੀ 1.5 ਏਕੜ ਜ਼ਮੀਨ ਦੇ ਉੱਤੇ ਕਬਜ਼ਾ ਕਰਕੇ ਬੈਠੇ ਰਹਿੰਦੇ ਆ। ਮਤਲਬ ਰੱਜਦੇ ਨਹੀਂ ਗੇ ਲੋਕ। ਸੋ ਕਹਿਣ ਦਾ ਭਾਵ ਇਹ ਹੈ ਕਿ ਜਿਹੜੇ ਕਹਿੰਦੇ ਕਹਾਉਂਦੇ ਲੋਕ ਆ, ਜਿਹੜੇ ਕਹਿੰਦੇ ਵੀ ਸਮਾਜ ਦੇ ਵਿੱਚ ਤਬਦੀਲੀ ਲਿਆਉਣ ਦੇ ਸੂਚਕ ਅਸੀਂ ਆ, ਜਿਹੜੇ ਕਹਿੰਦੇ ਵੀ ਅਸੀਂ ਕਮਾਲ ਕਰ ਦਿੰਦੇ ਆ, ਸਾਡੇ ਨਾਲ ਤਾਂ ਬਿਲਕੁਲ ਹਵਾ ਦੇ ਰੁੱਖ ਪਲਟ ਜਾਂਦੇ ਆ, ਉਹ ਵੀ ਇਸ ਸੂਚੀ ਦੇ ਵਿੱਚ ਆ। ਉਹ ਵੀ ਇਸ ਸੂਚੀ ਦੇ ਵਿੱਚ ਜਦੋਂ ਹੈਗੇ ਆ ਤਾਂ ਪਤਾ ਲੱਗਦਾ ਵੀ ਭਾਈ ਉਹ ਕਹਿੰਦੇ ਕੁਝ ਹੋਰ ਆ ਤੇ ਵਿੱਚੋਂ ਨਿਕਲਦਾ ਕੁਝ ਹੋਰ ਆ। ਸੋ ਬੇਨਤੀ ਇਹ ਆ ਕਿ ਭਾਈ ਕਬਜ਼ੇ ਕੁਬਜ਼ੇ ਦਾ ਕੰਮ ਛੱਡਿਆ ਜਾਵੇ।
ਜੇਕਰ ਤੁਹਾਡੇ ਨਾਲ ਜ਼ਿਆਦਤੀ ਹੋਈ ਹੈ ਤਾਂ ਅਦਾਲਤ ਦਾ ਦਰਵਾਜ਼ਾ ਹੋਰ ਖੜਕਾਇਆ ਜਾਵੇ, ਉਤਲੀ ਅਦਾਲਤ ਦਾ। ਤੇ ਜੇਕਰ ਭਾਈ ਇਹ ਗੱਲ ਸਹੀ ਹੈ ਵੀ ਜੋ ਕਿ ਕਬਜ਼ੇ ਛੁਡਵਾਏ ਗਏ ਆ ਇਹ ਛੁਡਵਾਉਣੇ ਚਾਹੀਦੇ ਸੀ, ਵਾਜਬ ਹੈ, ਤਾਂ ਫਿਰ ਅੱਗੇ ਤੋਂ ਤੌਬਾ ਕੀਤੀ ਜਾਵੇ ਵੀ ਭਾਈ ਆਪਾਂ ਇੱਦਾਂ ਦਾ ਕੁਝ ਨਹੀਂ ਕਰਨਾ। ਪਰ ਲੰਘੇ ਕੱਲ੍ਹ ਪੂਰਾ ਦਿਨ ਇਹ ਖਬਰ ਚਰਚਾ ਦੇ ਵਿੱਚ ਰਹੀ ਹੈ ਵੀ ਕਿਸ ਤਰੀਕੇ ਦੇ ਨਾਲ ਹਜ਼ਾਰਾਂ ਏਕੜ ਜ਼ਮੀਨ ਇੱਕ ਦਿਨ ਦੇ ਵਿੱਚ ਛੁਡਵਾਈ ਗਈ ਹੈ, ਕਿਵੇਂ ਲੋਕਾਂ ਨੇ ਨਜਾਇਜ਼ ਕਬਜ਼ੇ ਕੀਤੇ ਹੋਏ ਸੀ। ਹਰ ਰੋਜ਼ ਸ਼੍ਰੋਮਣੀ ਅਕਾਲੀ ਦਲ ਦੇ ਬਾਰੇ ਕੁਝ ਨਾ ਕੁਝ ਨਵੀਂ ਖਬਰ ਆਉਂਦੀ ਹੈ। ਅਸੀਂ ਕੱਲ੍ਹ ਵੀ ਇਹ ਗੱਲ ਕਹੀ ਸੀ, ਅੱਜ ਵੀ ਇਹ ਗੱਲ ਕਹਿੰਦੇ ਹਾਂ, ਸ਼੍ਰੋਮਣੀ ਅਕਾਲੀ ਦਲ ਬਾਦਲ ਨਿਵਾਣ ਦੇ ਵੱਲ ਗਿਆ। ਕਿਸੇ ਨੇ ਬਾਹਰੋਂ ਆ ਕੇ ਨੁਕਸਾਨ ਨਹੀਂ ਕੀਤਾ, ਆਪ ਹੀ ਕੀਤਾ। ਉਹਨਾਂ ਲੋਕਾਂ ਨੇ ਕੀਤਾ ਜਿਹੜੇ ਕਿ ਝੋਲੀ ਚੱਕ ਬਣੇ ਰਹੇ, ਜਿਹੜੇ ਲੋਕਾਂ ਨੇ ਕਦੇ ਵੀ ਗਲਤ ਨੂੰ ਗਲਤ ਨਹੀਂ ਕਿਹਾ। ਜੇਕਰ ਕੋਈ ਆਲੋਚਨਾ ਕਰਦਾ ਸੀ ਉਹਦੇ ਪਰਿਵਾਰਾਂ ਤੱਕ ਪਹੁੰਚ ਜਾਂਦੇ ਸੀ, ਉਹਨੂੰ ਮਾੜਾ ਚੰਗਾ ਕਹਿੰਦੇ ਸੀ। ਸੋ ਆਪਦੇ ਆਕਾਵਾਂ ਦੀ ਨਜ਼ਰ ਦੇ ਵਿੱਚ ਚੰਗੇ ਰਹਿਣ ਦੇ ਚੱਕਰ ਦੇ ਵਿੱਚ ਉਹਨਾਂ ਨੇ ਪਾਰਟੀ ਦਾ ਬਹੁਤ ਨੁਕਸਾਨ ਕੀਤਾ। ਅੱਜ ਕੱਲ੍ਹ ਉਹ ਕੁਸਕਦੇ ਨਹੀਂ ਗੇ। ਅੱਜ ਕੱਲ੍ਹ ਉਹ ਜਿਹੜੇ ਵੀ ਦੇਸ਼ ਦੇ ਵਿੱਚ ਜਿੱਥੇ ਵੀ ਆ ਉਹ ਬੈਠੇ ਚੁੱਪ ਕਰਕੇ, ਕਿਉਂਕਿ ਉਹਨਾਂ ਨੂੰ ਪਤਾ ਇਸ ਗੱਲ ਦਾ ਵੀ ਭਾਈ ਹੁਣ ਤਾਂ ਤੀਰ ਨਿਕਲ ਗਿਆ। ਜੇ ਮੰਨ ਲਓ ਉਹਨਾਂ ਨੇ ਵੇਲੇ ਸਿਰ ਆਪਦੇ ਪਾਰਟੀ ਆਕਾਵਾਂ ਨੂੰ ਸੱਚੀ ਜਾਣਕਾਰੀ ਦਿੱਤੀ ਹੁੰਦੀ ਤਾਂ ਅੱਜ ਸ਼ਾਇਦ ਪਾਰਟੀ ਦੀ ਸਥਿਤੀ ਹੋਰ ਹੁੰਦੀ। ਪਰ ਹੁਣ ਜਦੋਂ ਸ਼੍ਰੋਮਣੀ ਅਕਾਲੀ ਦਲ ਦਾ ਬੜਾ ਨੁਕਸਾਨ ਹੋ ਚੁੱਕਿਆ ਤਾਂ ਜਥੇਬੰਦਕ ਢਾਂਚਾ ਸਾਰਾ ਭੰਗ ਕਰ ਦਿੱਤਾ ਗਿਆ। ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੁਖਬੀਰ ਸਿੰਘ ਬਾਦਲ ਹੀ ਰਹਿਣਗੇ। ਤੇ ਅਗਲੀ ਜਾਣਕਾਰੀ ਇਹ ਹੈ ਜੀ ਕਿ ਪ੍ਰੇਮ ਸਿੰਘ ਚੰਦੂਮਾਜਰਾ, ਮਨਪ੍ਰੀਤ ਸਿੰਘ ਇਆਲੀ, ਵਡਾਲਾ ਸਾਹਿਬ ਤੇ ਹੁਣ ਨਵੀਂ ਜਾਣਕਾਰੀ ਆਈ ਹੈ ਕਿ ਜਗਮੀਤ ਸਿੰਘ ਬਰਾੜ, ਇਹਨਾਂ ਸਾਰਿਆਂ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਬਹੁਤ ਵੱਡੇ ਪੱਧਰ ਦੇ ਉੱਤੇ ਢਾਂਚੇ ਦੇ ਵਿੱਚ, ਲੀਡਰਸ਼ਿਪ ਦੇ ਵਿੱਚ ਬਦਲਾਅ ਹੋਣਾ ਚਾਹੀਦਾ। ਵੱਡੀ ਗਿਣਤੀ ਦੇ ਵਿੱਚ ਪੰਜਾਬ ਦੇ ਲੋਕ ਵੀ ਇਹ ਗੱਲ ਕਹਿੰਦੇ ਵੀ ਜੇਕਰ ਅਕਾਲੀ ਦਲ ਨੂੰ ਬਚਾਉਣਾ ਜਾਂ ਮੁੜ ਕੇ ਪੈਰਾਂ ਸਿਰ ਖੜੇ ਕਰਨਾ ਤਾਂ ਨੌਜਵਾਨ, ਇਮਾਨਦਾਰ, ਊਰਜਾਵਾਨ, ਗਤੀਸ਼ੀਲ ਲੱਭਣੇ ਪੈਣਗੇ। ਜੇ ਆਪਾਂ ਉਹਨਾਂ ਹੀ ਬਜ਼ੁਰਗਾਂ ਦੇ ਉੱਤੇ ਦਾਅ ਖੇਡੀ ਗਏ, ਹੈ ਕਿ ਤਾਂ ਸਾਡੇ ਚਲੋ ਬਜ਼ੁਰਗ ਸਰਮਾਇਆ ਹੁੰਦੇ ਸਾਡੇ, ਪਰ ਜਿਨ੍ਹਾਂ ਨੂੰ ਕਈ ਵਾਰ ਲੋਕਾਂ ਨੇ ਪਰਖਿਆ ਤੇ ਉਹ ਨਖਿੱਧ ਸਾਬਤ ਹੋਏ ਆ ਤੇ ਆਪਾਂ ਫਿਰ ਵੀ ਕਹਾਂਗੇ ਇਹਨਾਂ ਨੂੰ ਹੀ ਅਸੀਂ ਮੌਕਾ ਦੇਵਾਂਗੇ, ਤੇ ਫਿਰ ਇਹ ਗੱਲ ਹੁਣ ਚੱਲਣੀ ਨਹੀਂ ਗੀ ਲੋਕਾਂ ਦਾ ਇਹ ਕਹਿਣਾ। ਇਸ ਕਰਕੇ ਜੇਕਰ ਸੱਤਾਧਾਰੀ ਧਿਰ ਦਾ ਟਾਕਰਾ ਕਰਨਾ ਤਾਂ ਉਹੋ ਜਿਹੇ ਨੇਤਾ ਚਾਹੀਦੇ ਆ, ਓਨੇ ਊਰਜਾਵਾਨ ਨੇਤਾ ਚਾਹੀਦੇ ਆ, ਨਿੱਠ ਕੇ ਕੰਮ ਕਰਨ ਵਾਲੇ ਨੇਤਾ ਚਾਹੀਦੇ ਆ। ਤੇ ਇਹ ਨਹੀਂ ਵੀ ਭਾਈ ਹੁਣ ਇੰਨੇ ਵੱਜ ਗਏ ਤੇ ਆਪਾਂ ਤਾਂ ਭੱਜ ਕੇ ਘਰ ਦੇ ਵਿੱਚ ਵੜਨਾ, ਦਿਨ ਰਾਤ ਕੰਮ ਕਰਨ ਵਾਲੇ ਨੇਤਾ ਚਾਹੀਦੇ ਆ। ਹੁਣ ਜਗਮੀਤ ਸਿੰਘ ਬਰਾੜ ਨੇ ਸੁਖਬੀਰ ਸਿੰਘ ਬਾਦਲ ਨੂੰ ਇੱਕ ਚਿੱਠੀ ਲਿਖੀ ਹੈ। ਇਹ ਚਿੱਠੀ ਬੜੇ ਵੱਡੇ ਪੱਧਰ ਤੇ ਵਾਇਰਲ ਹੋ ਰਹੀ ਹੈ। ਇਹਦੇ ਵਿੱਚ ਬਰਾੜ ਹੋਰਾਂ ਨੇ ਇਹ ਗੱਲ ਕਹੀ ਹੈ ਕਿ ਸੁਖਬੀਰ ਸਿੰਘ ਬਾਦਲ ਵੀ ਪ੍ਰਧਾਨਗੀ ਤੋਂ ਅਸਤੀਫਾ ਦੇਵੇ। ਇਹਦੇ ਵਿੱਚ ਇਹ ਗੱਲ ਲਿਖੀ ਗਈ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ 4 ਕਾਰਜਕਾਰੀ ਪ੍ਰਧਾਨ ਹੋਣੇ ਚਾਹੀਦੇ ਨੇ। ਇਹਦੇ ਵਿੱਚ ਇਹ ਗੱਲ ਲਿਖੀ ਗਈ ਹੈ ਵੀ ਔਰਤਾਂ ਨੂੰ ਵੀ ਬਰਾਬਰ ਦੀ ਨੁਮਾਇੰਦਗੀ ਮਿਲਣੀ ਚਾਹੀਦੀ ਹੈ। ਇਹਦੇ ਵਿੱਚ ਇਹ ਗੱਲ ਲਿਖੀ ਗਈ ਹੈ ਵੀ ਕੋਰ ਕਮੇਟੀ ਦੇ ਸਾਰੇ ਅਹੁਦੇਦਾਰਾਂ ਨੂੰ ਵੀ ਅਸਤੀਫੇ ਦੇਣੇ ਚਾਹੀਦੇ ਨੇ। ਮੈਨੂੰ ਨਹੀਂ ਪਤਾ ਵੀ ਇਸ ਚਿੱਠੀ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਤੇ ਜਗਮੀਤ ਸਿੰਘ ਬਰਾੜ ਦੇ ਰਿਸ਼ਤੇ ਪਵਿੱਤਰ, ਪਿਆਰੇ, ਨਿਮਰ ਉਨੇ ਹੀ ਰਹਿਣਗੇ ਜਾਂ ਨਹੀਂ। ਪਰ ਗੱਲ ਇਹ ਹੈ ਵੀ ਜਗਮੀਤ ਬਰਾੜ ਦੀ ਜਿਹੜੀ ਇਹ ਚਿੱਠੀ ਹੈ, ਕਹਿੰਦੀ ਹੈ ਕਿ ਸ਼ਾਇਦ ਸੰਗਰੂਰ ਦੀ ਉਪ ਚੋਣ ਤੋਂ ਪਹਿਲਾਂ ਦੀ ਲਿਖੀ ਹੋਈ ਹੈ, ਪਰ ਇਹ ਨਸ਼ਰ ਹੁਣ ਹੋਈ ਹੈ। ਪਰ ਚਿੱਠੀ ਦੇ ਵਿੱਚ ਜਗਮੀਤ ਬਰਾੜ ਨੇ ਆਪਣੇ ਮਨ ਦੇ ਵਲਵਲੇ ਜ਼ਾਹਰ ਕੀਤੇ ਆ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਤੇ ਫਿਰ ਕਰਾਂਗੇ ਟਿੱਪਣੀ। ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੇ ਲਈ ਸਾਬਕਾ ਵਿਧਾਇਕ ਜਗਮੀਤ ਸਿੰਘ ਬਰਾੜ ਨੇ ਸੁਖਬੀਰ ਸਿੰਘ ਬਾਦਲ ਨੂੰ ਅਹਿਮ ਸੁਝਾਅ ਦਿੱਤੇ ਨੇ। ਜਗਮੀਤ ਬਰਾੜ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਵਾਸਤੇ ਸਾਨੂੰ ਸਾਰਿਆਂ ਨੂੰ ਆਪਣੇ ਅਹੁਦੇ ਤੁਰੰਤ ਛੱਡਣੇ ਚਾਹੀਦੇ ਨੇ। ਉਹਨਾਂ ਕਿਹਾ ਕਿ ਪ੍ਰਧਾਨ, ਕੋਰ ਕਮੇਟੀ, PAC, ਸਮੂਹ ਅਹੁਦੇਦਾਰਾਂ, ਜ਼ਿਲ੍ਹਾ ਜਥੇਦਾਰਾਂ ਤੇ ਸਮੂਹ ਪ੍ਰਮੁੱਖ ਜਥੇਬੰਦੀਆਂ ਨੂੰ ਆਪਣੇ ਅਸਤੀਫੇ ਪਾਰਟੀ ਦੇ ਸਕੱਤਰ ਜਨਰਲ ਨੂੰ ਸੌਂਪਣੇ ਚਾਹੀਦੇ ਨੇ। ਇਸ ਤੋਂ ਇਲਾਵਾ ਜਗਮੀਤ ਬਰਾੜ ਨੇ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਵੀ ਮੰਗਿਆ। ਇਸ ਬਾਰੇ ਉਹਨਾਂ ਨੇ ਜਿਹੜੀ ਚਿੱਠੀ ਲਿਖੀ ਹੈ, ਇਹਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਪਾਰਟੀ ਦੀ ਮਜ਼ਬੂਤੀ ਵਾਸਤੇ ਅਸਤੀਫੇ ਦੇਣੇ ਬੜੇ ਜ਼ਰੂਰੀ ਹਨ। ਬਰਾੜ ਨੇ ਕਿਹਾ ਕਿ ਪਾਰਟੀ ਪ੍ਰਧਾਨ ਦਾ ਕਾਰਜਕਾਲ 10 ਸਾਲ ਦਾ ਹੋਣਾ ਚਾਹੀਦਾ। ਸ਼੍ਰੋਮਣੀ ਅਕਾਲੀ ਦਲ ਲੀਡਰਸ਼ਿਪ ਦੇ ਵਿੱਚ ਵੱਡੇ ਬਦਲਾਅ ਦੀ ਮੰਗ ਕੀਤੀ ਗਈ ਹੈ। 3 ਕਾਰਜਕਾਰੀ ਪ੍ਰਧਾਨ ਲਾਏ ਜਾਣ। ਕਾਰਜਕਾਰੀ ਪ੍ਰਧਾਨਾਂ ਵਾਸਤੇ ਨਾਵਾਂ ਦਾ ਸੁਝਾਅ ਵੀ ਦਿੱਤਾ ਗਿਆ ਤੇ ਮਨਪ੍ਰੀਤ ਇਆਲੀ, ਗੁਰਪ੍ਰਤਾਪ ਸਿੰਘ ਵਡਾਲਾ, ਆਦੇਸ਼ ਪ੍ਰਤਾਪ ਸਿੰਘ ਕੈਰੋਂ ਤੇ ਰਵੀਕਰਨ ਸਿੰਘ ਕਾਲੋਂ ਨੂੰ ਕਾਰਜਕਾਰੀ ਪ੍ਰਧਾਨ ਬਣਾਉਣ ਦੀ ਵਕਾਲਤ ਕੀਤੀ ਗਈ ਹੈ। 11 ਮੈਂਬਰੀ ਪਾਰਲੀਮੈਂਟਰੀ ਬੋਰਡ ਬਣਾਉਣ ਦੀ ਵੀ ਮੰਗ ਕੀਤੀ ਗਈ ਹੈ। ਬੋਰਡ ਦੇ ਵਿੱਚ 2 ਔਰਤਾਂ, 2 SC ਵਰਗ ਨਾਲ ਸੰਬੰਧਿਤ ਆਗੂ ਤੇ 2 ਪਛੜੀਆਂ ਸ਼੍ਰੇਣੀਆਂ ਦੇ ਆਗੂਆਂ ਨੂੰ ਸ਼ਾਮਲ ਕਰਨ ਦੀ ਮੰਗ ਕੀਤੀ ਗਈ ਹੈ। 1 ਪਰਿਵਾਰ ਲਈ 1 ਟਿਕਟ ਦਾ ਨਿਯਮ ਲਾਗੂ ਕੀਤਾ ਜਾਵੇ। ਪਾਰਟੀ ਨੂੰ ਪਰਿਵਾਰਵਾਦ ਤੋਂ ਦੂਰ ਰੱਖਣ ਦੇ ਉਪਰਾਲੇ ਕੀਤੇ ਜਾਣ। ਪਾਰਟੀ ਦਫ਼ਤਰ ਚੰਡੀਗੜ੍ਹ ਦੀ ਥਾਂ ਦੇ ਉੱਤੇ ਅੰਮ੍ਰਿਤਸਰ ਦੇ ਵਿੱਚ ਸ਼ਿਫਟ ਕਰਨ ਦੀ ਮੰਗ ਕੀਤੀ ਗਈ ਹੈ। ਸਿੱਖ ਸੰਤਾਂ, ਵਿਦਵਾਨਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਦੀ ਮੰਗ ਕੀਤੀ ਗਈ ਹੈ। ਦੱਸਣਾ ਬਣਦਾ ਕਿ ਇਹ ਚਿੱਠੀ ਜਗਮੀਤ ਬਰਾੜ ਵੱਲੋਂ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਤੋਂ ਪਹਿਲਾਂ ਲਿਖੀ ਗਈ ਸੀ, ਜਿਸ ਨੂੰ ਹੁਣ ਜਨਤਕ ਕੀਤਾ ਗਿਆ। ਜਗਮੀਤ ਬਰਾੜ ਨੇ ਬਲਵਿੰਦਰ ਭੂੰਦੜ ਨੂੰ ਹੁਣ ਦੁਬਾਰਾ ਚਿੱਠੀ ਲਿਖ ਕੇ ਇਹ ਸੁਝਾਅ ਦਿੱਤੇ ਹਨ। ਇਸ ਖਬਰ ਦੇ ਉੱਤੇ ਟਿੱਪਣੀ ਕਰਨ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ, ਜਗਮੀਤ ਸਿੰਘ ਬਰਾੜ ਦੇ ਵੱਲੋਂ ਜਿਹੜੇ ਸੁਝਾਅ ਦਿੱਤੇ ਗਏ ਆ ਕਿ ਪਾਰਟੀ ਦਾ ਪ੍ਰਧਾਨ 10 ਸਾਲ ਤੋਂ ਵੱਧ ਸਮਾਂ ਨਹੀਂ ਰਹਿਣਾ ਚਾਹੀਦਾ, ਇਹ ਗੱਲ ਬਿਲਕੁਲ ਦਰੁਸਤ ਹੈ।
ਜਗਮੀਤ ਬਰਾੜ ਨੇ ਜਿਹੜੀ ਇਹ ਗੱਲ ਕਹੀ ਗਈ ਆ ਵੀ ਸਾਰੇ ਹੀ ਪਾਰਟੀ ਦੇ ਆਗੂ ਆ ਜਿਹੜੇ ਉਹ ਅਸਤੀਫਾ ਦੇ ਰਹਿਣ, ਮਾੜੀ ਗੱਲ ਇਹ ਵੀ ਨਹੀਂ। ਜਗਮੀਤ ਬਰਾੜ ਨੇ ਜਿਹੜੀ ਇਹ ਗੱਲ ਕਹੀ ਆ ਵੀ ਪਾਰਟੀ ਦੇ ਵਿੱਚ ਪਰਿਵਾਰਵਾਦ ਦਾ ਪ੍ਰਭਾਵ ਬਿਲਕੁਲ ਨਹੀਂ ਹੋਣਾ ਚਾਹੀਦਾ, ਗੱਲ ਇਹ ਵੀ ਗਲਤ ਨਹੀਂ ਆ। ਪਰ ਇੰਨੀਆਂ ਗੱਲਾਂ ਨੂੰ ਮੰਨੂ ਕੌਣ? ਕਿਉਂਕਿ ਮੈਂ ਇਸ ਗੱਲ ਦੇ ਉੱਤੇ ਹੈਰਾਨ ਜ਼ਰੂਰ ਹੋਇਆ ਵੀ ਇਕਬਾਲ ਸਿੰਘ ਝੁੰਦਾ ਦੇ ਉੱਤੇ ਆਧਾਰਿਤ ਜਿਹੜੀ ਕਮੇਟੀ ਬਣੀ, ਜਿਹਦੇ ਵੱਲੋਂ ਆਪਣੀ ਰਿਪੋਰਟ ਸਾਂਝੀ ਕੀਤੀ ਗਈ, ਜਿਹਦੇ ਉੱਤੇ 4-5 ਘੰਟੇ ਮੀਟਿੰਗ ਹੋਈ 2 ਦਿਨ ਪਹਿਲਾਂ, ਤੇ ਉਸ ਕਮੇਟੀ ਦੀ ਰਿਪੋਰਟ ਦੇ ਵਿੱਚ ਕੀ ਕੁਝ ਦਰਜ ਕੀਤਾ ਗਿਆ, ਕੀ ਬਦਲਾਅ ਹੋਣੇ ਚਾਹੀਦੇ ਆ, ਇਹ ਕਹਿੰਦੇ ਵੀ ਆਉਂਦੇ ਦਿਨਾਂ ਦੇ ਵਿੱਚ ਜ਼ਾਹਰ ਕਰਾਂਗੇ। ਇਹ ਆਉਂਦੇ ਸਮੇਂ ਦੇ ਵਿੱਚ ਮੀਡੀਆ ਦੇ ਵਿੱਚ ਗੱਲ ਆਊਗੀ। ਪਰ ਇੱਕ ਗੱਲ ਮੀਡੀਆ ਦੇ ਵਿੱਚ ਜ਼ਰੂਰ ਆ ਗਈ ਕਿ ਪ੍ਰਧਾਨ ਸਾਹਿਬ ਸੁਖਬੀਰ ਸਿੰਘ ਬਾਦਲ ਹੀ ਰਹਿਣਗੇ। ਮਤਲਬ ਇਹ ਵੀ ਜੇਕਰ ਬਾਕੀ ਗੱਲਾਂ ਨਹੀਂ ਨਸ਼ਰ ਹੋ ਸਕਦੀਆਂ ਤੇ ਇਹ ਗੱਲ ਸਾਹਮਣੇ ਆ ਗਈ ਵੀ ਭਾਈ ਇਹ ਤਾਂ ਗੱਲ ਵਿੱਚ ਇਹਦੇ ਹੈ ਨਹੀਂ ਗੀ ਵੀ ਭਾਈ ਪ੍ਰਧਾਨ ਵੀ ਆਪਾਂ ਬਦਲਣਾ। ਸੋ ਪ੍ਰਧਾਨ ਸਾਹਿਬ ਸੁਖਬੀਰ ਸਿੰਘ ਬਾਦਲ ਹੀ ਰਹਿਣਗੇ। ਪਰ ਗੱਲ ਇਹ ਹੈ ਵੀ ਪਾਰਟੀ ਦੇ ਲਈ ਬਹੁਤ ਵੱਡੇ ਪੱਧਰ ਦੇ ਉੱਤੇ ਚਾਰਾਜ਼ੋਈ ਕਰਨ ਦੀ ਲੋੜ ਹੈ। ਪਾਰਟੀ ਨੂੰ ਮਜ਼ਬੂਤ ਕਰਨ ਦੇ ਲਈ ਦਿਨ ਰਾਤ ਇੱਕ ਕਰਨ ਦੀ ਜ਼ਰੂਰਤ ਹੈ। ਦੇਖੋ, ਇੱਕ ਵੇਲਾ ਸੀ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰੀ 5 ਵਾਰ ਮੁੱਖ ਮੰਤਰੀ ਜਿਹੜੇ ਰਹੇ ਆ, ਉਹਨਾਂ ਦੀ ਅਗਵਾਈ ਦੇ ਵਿੱਚ ਪਾਰਟੀ ਅੱਗੇ ਵੱਧਦੀ ਸੀ। ਉਹ ਸੰਗਤ ਦਰਸ਼ਨ ਕਰਦੇ ਸੀ, ਉਹ ਲੋਕਾਂ ਦੇ ਵਿੱਚ ਲੋਕਾਂ ਵਰਗੇ ਬਣ ਕੇ ਚਲੇ ਵੀ ਜਾਂਦੇ ਸੀ। ਪਰ ਗੱਲ ਇਹ ਹੈ ਵੀ ਉਸ ਤੋਂ ਬਾਅਦ ਜਿਹੜਾ ਨਵਾਂ ਪੂਰ ਆਇਆ, ਉਹਦੇ ਵਿੱਚ ਵੀ ਬਹੁਤ ਸਾਰੀਆਂ ਗਿਰਾਵਟ ਵਾਲੀਆਂ ਗੱਲਾਂ ਆਈਆਂ ਤੇ ਇਹਦੇ ਬਾਰੇ ਆਪਾਂ ਜਾਣਦੇ। ਹਾਲਾਂਕਿ ਵੱਡੇ ਬਾਦਲ ਸਾਹਿਬ ਦੇ ਨਾਲ ਵੀ ਬਹੁਤ ਸਾਰੀਆਂ ਗੱਲਾਂ ਵਿਵਾਦਗ੍ਰਸਤ ਵੀ ਜੁੜੀਆਂ, ਕਈ ਪੋਜ਼ੀਟਿਵ ਕਈ ਨੈਗੇਟਿਵ ਜੁੜੀਆਂ। ਪਰ ਉਸ ਤੋਂ ਅਗਲੇ ਪੂਰ ਦੇ ਵਿੱਚ ਜਿਹੜੀਆਂ ਗੱਲਾਂ ਆਈਆਂ, ਉਹਨਾਂ ਦੇ ਕਰਕੇ ਪਾਰਟੀ ਦਾ ਨਿਰਮਾਣ ਬਹੁਤ ਵੱਡੇ ਪੱਧਰ ਦੇ ਉੱਤੇ ਹੋਇਆ। ਅੱਜ ਜੇਕਰ ਪ੍ਰਕਾਸ਼ ਸਿੰਘ ਬਾਦਲ ਤੰਦਰੁਸਤ ਹੋਣ, ਜੇਕਰ ਉਹ ਪਹਿਲਾਂ ਵਾਂਗੂ ਸਰਗਰਮ ਹੋਣ, ਤਾਂ ਸ਼ਾਇਦ ਉਹ ਪਾਰਟੀ ਦੇ ਲਈ ਕੁਝ ਕਰਨ। ਪਰ ਗੱਲ ਇਹ ਹੈ ਵੀ ਉਹ ਹੁਣ ਬਿਰਧ ਅਵਸਥਾ ਦੇ ਵਿੱਚ ਹੈ ਤੇ ਜਿਨ੍ਹਾਂ ਦੇ ਹੱਥ ਦੇ ਵਿੱਚ ਕਮਾਨ ਆ ਤੇ ਉਹਨਾਂ ਦੇ ਕੋਲੋਂ ਕੁਝ ਸੰਭਾਲਿਆ ਨਹੀਂ ਜਾ ਰਿਹਾ। ਸੋ ਵਕਤ ਦੱਸੂਗਾ ਕਿ ਅਕਾਲੀ ਦਲ ਫੇਰ ਕਿਹੜੇ ਮੁਕਾਮ ਦੇ ਉੱਤੇ ਪਹੁੰਚਦਾ। ਵਕਤ ਦੱਸੂਗਾ ਕਿ ਕੀ ਇਹਦਾ ਦਫ਼ਤਰ ਚੰਡੀਗੜ੍ਹ ਤੋਂ ਅੰਮ੍ਰਿਤਸਰ ਦੇ ਵਿੱਚ ਸ਼ਿਫਟ ਹੁੰਦਾ। ਸਮਾਂ ਬਿਆਨ ਕਰੂਗਾ ਵੀ ਕੀ ਅਕਾਲੀ ਦਲ ਤੇ ਭਾਜਪਾ ਦਾ ਗੱਠਜੋੜ ਮੁੜ ਕੇ ਹੁੰਦਾ। ਸਮਾਂ ਦੱਸੂਗਾ ਕਿ ਜੇਕਰ ਗੱਠਜੋੜ ਹੋ ਗਿਆ ਤਾਂ ਕੀ ਮੁੜ ਕੇ ਦੋਵੇਂ ਸਾਂਝੀਆਂ ਚੋਣਾਂ ਲੜ ਕੇ ਪਾਰਟੀਆਂ ਦੋਵੇਂ ਜਾਣੀਆਂ ਤੇ ਫਿਰ ਇਹ ਕੁਝ ਨਾ ਕੁਝ ਕਰ ਸਕਣਗੀਆਂ। ਇਸ ਸਮੇਂ ਦੇ ਗਰਭ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਲੁਕੀਆਂ ਹੋਈਆਂ ਜੀ। ਲੰਘੇ ਕੱਲ੍ਹ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾ ਮਾਜਰਾ ਫਰੀਦਕੋਟ ਦੇ ਮੈਡੀਕਲ ਕਾਲਜ ਦੇ ਵਿੱਚ ਗਏ ਆ ਤੇ ਬਹੁਤ ਵੱਡੀ ਖਬਰ ਸਾਹਮਣੇ ਆਈ ਵੀ ਜਿਹੜੇ ਉੱਥੋਂ ਦੇ VC ਆ, ਉਹਨਾਂ ਨੂੰ ਇੱਕ ਗੰਦੇ ਗੱਦੇ ਦੇ ਉੱਤੇ ਉਹਨਾਂ ਨੇ ਪਾਇਆ ਤੇ ਇਹ ਗੱਲ ਕਹੀ ਵੀ ਇੱਥੇ ਪੈ ਕੇ ਦਿਖਾਓ। ਵਾਈਸ ਚਾਂਸਲਰ ਗੱਦੇ ਦੇ ਉੱਤੇ ਪੈਂਦੇ ਵੀ ਆ ਤੇ ਬਾਅਦ ਦੇ ਵਿੱਚ ਮੀਡੀਆ ਦੇ ਵਿੱਚ ਬਹੁਤ ਵੱਡੀ ਖਬਰ ਆਉਂਦੀ ਆ ਵੀ VC ਨੂੰ ਵੀ ਮਜਬੂਰੀ ਦੇ ਵਿੱਚ ਸਿਹਤ ਮੰਤਰੀ ਦੇ ਅੱਗੇ ਲੰਮਾ ਪੈਣਾ ਪਿਆ, ਗੱਦੇ ਦੇ ਉੱਤੇ, ਗੰਦੇ ਗੱਦੇ ਦੇ ਉੱਤੇ ਲੰਮਾ ਪੈਣਾ ਪਿਆ। ਹੁਣ ਪਹਿਲੀ ਗੱਲ ਇਹ ਹੈ ਵੀ ਉਹਨਾਂ ਨੂੰ ਗੰਦੇ ਗੱਦੇ ਦੇ ਉੱਤੇ ਕਿਉਂ ਪੈਣਾ ਪਿਆ। ਉਹਦਾ ਕਾਰਨ ਇਹ ਹੈ ਵੀ ਜਿਹੜਾ ਉੱਥੋਂ ਦਾ ਸਕਿਨ ਡਿਪਾਰਟਮੈਂਟ ਹੈ, ਉਹਦੇ ਵਿੱਚ ਜਦੋਂ ਉਹ ਗਏ ਸਿਹਤ ਮੰਤਰੀ ਚੇਤਨ ਸਿੰਘ ਜੌੜਾ ਮਾਜਰਾ, ਤੇ ਉੱਥੇ ਬੈੱਡ ਦੇ ਉੱਤੇ ਗੱਦੇ ਆ ਜਿਹੜੇ ਇੰਨੇ ਗੰਦੇ ਵੀ ਦੇਖ ਕੇ ਉਲਟੀ ਆ ਜਾਵੇ ਵੀ ਇੱਦਾਂ ਦੇ ਗੱਦਿਆਂ ਦੇ ਉੱਤੇ ਤੇ ਮਰੀਜ਼ਾਂ ਨੂੰ ਪਾਇਆ ਜਾਂਦਾ। ਸੋ ਇਸ ਕਰਕੇ ਸਿਹਤ ਮੰਤਰੀ ਸਾਹਿਬ ਭੜਕੇ ਵੀ ਆ। ਉਹਨਾਂ ਨੇ VC ਨੂੰ ਵੀ ਤਾੜਿਆ ਤੇ ਫਿਰ ਉੱਥੇ ਕਿਹਾ ਵੀ ਤੁਸੀਂ ਪੈ ਕੇ ਦਿਖਾਓ ਇੱਥੇ। ਫਿਰ ਉਹ ਪੈ ਗਏ, ਫਿਰ ਉਹ ਬਹਿ ਗਏ, ਫਿਰ ਗੱਲਾਂ ਕਹਿ ਗਏ, ਫਿਰ ਸੁਣ ਗਏ ਤੇ ਫਿਰ ਚਲੇ ਗਏ। ਉਸ ਤੋਂ ਅਗਲੀ ਗੱਲ ਇਹ ਹੈ ਵੀ ਪੰਜਾਬ ਦੇ ਸਿਹਤ ਢਾਂਚੇ ਦਾ ਕਿਹੋ ਜਿਹਾ ਹਾਲ ਹੈ, ਇਹਦੇ ਬਾਰੇ ਕੱਲ੍ਹ ਗੱਦੇ ਦੇਖ ਕੇ ਪਤਾ ਲੱਗ ਜਾਂਦਾ ਸੀ। ਇਹ ਗੱਲ ਕਿਸੇ ਨੂੰ ਕੌੜੀ ਲੱਗੂਗੀ, ਪਰ ਪੰਜਾਬ ਦੇ ਜਿਹੜੇ ਸਰਕਾਰੀ ਹਸਪਤਾਲ ਆ, ਬਹੁਤ ਗਿਣਤੀ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ, ਜੇ ਉੱਥੇ ਮਰੀਜ਼ ਘੱਟ ਨੇ ਪਰ ਉੱਥੇ ਕੁੱਤਿਆਂ ਦੀ ਘਾਟ ਨਹੀਂ। ਉੱਥੇ ਕੁੱਤੇ ਬਹੁਤ ਆ। ਉੱਥੇ ਇਕੱਲੇ ਡਿਪਾਰਟਮੈਂਟ ਦੇ ਵੱਲ, ਵਾਰਡ ਦੇ ਵੱਲ ਉੱਥੇ ਕੁੱਤੇ ਕਿੰਨੇ ਫਿਰਦੇ ਆ, ਕਦੇ ਇਹਦੇ ਵੱਲ ਖਿਆਲ ਕਰਨ ਦੀ ਲੋੜ ਆ। ਜੇ ਛੱਤ ਦੇ ਵੱਲ ਨਿਗਾਹ ਮਾਰੋ ਤਾਂ ਪੱਖਾ ਕਿਵੇਂ ਚੱਲਦਾ। ਜੇ ਬਾਥਰੂਮ ਦੇ ਵੱਲ ਜਾਓ ਤਾਂ ਇਹ ਲੱਗਦਾ ਵੀ ਭਾਈ 20 ਸਾਲ ਤੋਂ ਸਫਾਈ ਨਹੀਂ ਕੋਈ ਕਰਦਾ। ਜੇ ਉੱਥੇ ਤੁਸੀਂ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਨ ਦੀ ਗੱਲ ਕਰਦੇ ਆ ਤਾਂ ਉੱਥੇ ਤੁਹਾਨੂੰ ਕੀ ਮਿਲਦਾ, ਦਵਾਈਆਂ ਉੱਥੋਂ ਕਿੰਨੀਆਂ ਕੁ ਮਿਲਦੀਆਂ। ਮਤਲਬ ਇਹ ਹੈ ਵੀ ਤੁਹਾਨੂੰ ਉੱਥੇ ਗੱਦੇ ਕਿਹੋ ਜਿਹੇ, ਤੁਹਾਡੇ ਕੋਲ ਉੱਥੇ ਚਾਦਰਾਂ ਕਿਹੋ ਜਿਹੀਆਂ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਉਹ ਬੰਦੇ ਨੂੰ ਅੰਦਰੋਂ ਤੋੜ ਦਿੰਦੀਆਂ ਵੀ ਯਾਰ ਕਰਜ਼ਾ ਚੱਕ ਲੈਂਦੇ ਆ ਪਰ ਪ੍ਰਾਈਵੇਟ ਹਸਪਤਾਲ ਦੇ ਵਿੱਚ ਇਲਾਜ ਕਰਵਾਉਂਦੇ ਆ। ਨਵੇਂ ਸਿਹਤ ਮੰਤਰੀ ਸਾਹਿਬ ਨੇ ਜਿਹੜੇ, ਉਹ ਇਸ ਮਾਮਲੇ ਦੇ ਉੱਤੇ ਕਿਵੇਂ ਵਧੀਆ ਕੰਮ ਕਰਨਗੇ, ਕਿਵੇਂ ਬਦਲਾਅ ਲੈ ਕੇ ਆਉਣਗੇ, ਇਹ ਵਕਤ ਨੇ ਬਿਆਨ ਕਰਨਾ। ਪਰ ਇਸ ਮੁੱਦੇ ਦੇ ਉੱਤੇ ਰਾਜਾ ਵੜਿੰਗ ਹੋਰਾਂ ਨੇ ਸੱਤਾਧਾਰੀ ਧਿਰ ਨੂੰ ਘੇਰਿਆ। ਉਹਨਾਂ ਨੇ ਵਰਤਮਾਨ ਸਿਹਤ ਮੰਤਰੀ ਚੇਤਨ ਸਿੰਘ ਜੌੜਾ ਮਾਜਰਾ ਨੂੰ ਘੇਰਿਆ। ਉਹ ਕਹਿੰਦੇ ਵੀ ਦੇਖੋ, ਇੱਕ ਸੰਵਿਧਾਨਕ ਅਹੁਦੇ ਦੇ ਉੱਤੇ ਬੈਠਾ ਹੋਇਆ VC ਹੈ, ਉਹਨੂੰ ਸਾਰਿਆਂ ਦੇ ਸਾਹਮਣੇ ਬੇਇੱਜ਼ਤ ਕੀਤਾ ਗਿਆ, ਜ਼ਲੀਲ ਕੀਤਾ ਗਿਆ। ਮੈਡੀਕਲ ਕਾਮੇ ਇਸ ਗੱਲ ਤੋਂ ਖਾਸੇ ਨਿਰਾਸ਼ਾ ਦੇ ਵਿੱਚ ਹੈ। ਇਸ ਕਰਕੇ ਸਿਹਤ ਮੰਤਰੀ ਸਾਹਿਬ ਮਾਫੀ ਮੰਗਣ ਵੀ ਭਾਈ ਅਸੀਂ VC ਦੀ ਇੱਦਾਂ ਬੇਇੱਜ਼ਤੀ ਕਰਕੇ ਗਏ ਹਾਂ। ਉਹਨਾਂ ਨੂੰ ਚਾਹੀਦਾ ਕਿ ਉਹ ਆਪਣੀ ਗਲਤੀ ਦੇ ਲਈ ਮਾਫੀ ਮੰਗਣ। ਇਹ ਕੋਈ ਤਾਲੇਬਾਨੀ ਰਾਜ ਥੋੜ੍ਹੀ ਹੈ ਵੀ ਜਿੱਥੇ ਜੀ ਕਰਦਾ ਵੀ ਲੰਮਾ ਪਏ ਐਂ ਕਰ ਦਿਆਂਗੇ। ਹਾਂ, ਤਜਰਬੇ ਦੇ ਨਾਲ ਤੇ ਤਰੀਕੇ ਦੇ ਨਾਲ ਉਹ ਕਹਿੰਦੇ ਵੀ ਸਾਰਾ ਮਸਲਾ ਹੱਲ ਹੋਣਾ ਚਾਹੀਦਾ। ਲੋਕਾਂ ਨੇ ਇਹ ਗੱਲ ਕਹੀ ਹੈ ਵੀ ਚੇਤਨ ਸਿੰਘ ਜੌੜਾ ਮਾਜਰਾ ਨੇ ਕੋਈ ਮਾੜੀ ਗੱਲ ਕੀਤੀ ਨਹੀਂ ਗੀ।
ਪਰ ਜਿਹੜੀਆਂ ਵਿਰੋਧੀ ਪਾਰਟੀਆਂ ਉਹ ਗੱਲ ਕਹਿਣਗੀਆਂ ਵੀ ਚੰਗਾ ਵੀ ਕੀ ਕੀਤਾ, ਇਹ ਸਾਰਾ ਕੁਝ ਮਾੜਾ ਹੀ ਆ। ਪਰ ਖੈਰ ਇਹ ਰਾਜਨੀਤੀ ਆ, ਰਾਜਨੀਤੀ ਚੱਲੀ ਜਾਣੀ ਆ। ਬੇਨਤੀ ਸਾਡੀ ਹੱਥ ਜੋੜ ਕੇ ਇਹ ਆ ਵੀ ਪੰਜਾਬ ਦੇ ਸਿਹਤ ਢਾਂਚੇ ਨੂੰ ਚੁਸਤ ਦਰੁਸਤ ਕੀਤਾ ਜਾਵੇ। ਪੰਜਾਬ ਦਾ ਸਿਹਤ ਢਾਂਚਾ ਇਹੋ ਜਿਹਾ ਬਣਾ ਦਿੱਤਾ ਜਾਵੇ, ਸਰਕਾਰੀ ਸਿਹਤ ਢਾਂਚਾ, ਵੀ ਜੇਕਰ ਕੋਈ ਮੰਤਰੀ, ਕੋਈ ਵਿਧਾਇਕ, ਕੋਈ VC ਜਾਂ ਕੋਈ ਵੀ ਬਿਮਾਰ ਹੁੰਦਾ, ਉਹ ਆਪਣਾ ਇਲਾਜ ਵੀ ਉਹਨਾਂ ਮੁਹੱਲਾ ਕਲੀਨਿਕਾਂ ਦੇ ਵਿੱਚ ਜਿਹੜੇ ਕਿ ਬਣਨੇ ਆ ਜਾਂ ਇਹਨਾਂ ਸਰਕਾਰੀ ਹਸਪਤਾਲਾਂ ਦੇ ਵਿੱਚ ਜਿੱਥੇ ਹੁਣ ਚੈਕਿੰਗ ਹੋ ਰਹੀ ਹੈ ਇਸ ਥਾਂ ਤੇ ਜਾ ਕੇ ਕਰਵਾਇਆ ਕਰਨ। ਇਹ ਮਾਤੜਾਂ ਦੇ ਹਸਪਤਾਲ ਵੱਜਦੇ ਆ ਜਾਂ ਸਰਕਾਰੀ ਹਸਪਤਾਲਾਂ ਨੂੰ 26 ਵਾਲੇ ਹਸਪਤਾਲ ਕਿਹਾ ਜਾਂਦਾ ਵੀ ਜੇਕਰ 26 ਦਾ ਪਰਚਾ ਦਰਜ ਕਰਵਾਉਣਾ ਹੋਵੇ ਤਾਂ ਫਿਰ ਇੱਥੇ ਡਾਕਟਰ ਦੀ ਲੋੜ ਪੈਂਦੀ ਆ, ਇੱਥੇ ਜਾਓ ਪਹਿਲਾਂ ਸਰਕਾਰੀ ਹਸਪਤਾਲ ਦੇ ਵਿੱਚ। ਸੋ ਇਹ ਕਿਉਂ ਪ੍ਰਭਾਵ ਸਿਰਜੇ ਗਏ ਤੇ ਕਿਵੇਂ ਹਟਣਗੇ, ਇਹਦੇ ਬਾਰੇ ਜ਼ਰੂਰ ਸੋਚਣਾ ਵਿਚਾਰਨਾ ਬਣਦਾ। ਕਾਸ਼ ਸਾਡੇ ਸਰਕਾਰੀ ਸਕੂਲ ਤੇ ਸਰਕਾਰੀ ਹਸਪਤਾਲ ਚੰਗੀ ਹਾਲਤ ਦੇ ਵਿੱਚ ਹੋ ਜਾਣ ਤੇ ਲੋਕ ਇਹ ਗੱਲ ਕਹਿਣ ਵੀ ਹਾਂ ਯਾਰ ਸਰਕਾਰ ਬਦਲੀ ਆ, ਕੁਝ ਚੰਗਾ ਹੋਇਆ। ਜੇ ਨਾ ਕੁਝ ਚੰਗਾ ਹੋਇਆ, ਲੋਕਾਂ ਨੇ ਕਹਿਣਾ ਪਹਿਲਾਂ ਵਰਗੇ ਹੀ ਆ, ਮੂਰਖਤਾ ਅਸੀਂ ਸੀ ਜਿਹੜੇ ਵੋਟਾਂ ਪਾ ਕੇ 92 ਬੰਦੇ ਲੈ ਆਏ ਆ। ਖਬਰਾਂ ਦੇ ਉੱਤੇ ਵਿਚਾਰ ਚਰਚਾ ਹੋਰ ਵੀ ਹੋ ਸਕਦੀ ਸੀ, ਪਰ ਜੋ ਵਕਤ ਦੀ ਘਾਟੇ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਬਹੁਤ ਬਹੁਤ ਧੰਨਵਾਦ।